Welcome students. Today we are here to discuss the topic that is staffing. In this video we will going to discuss the introduction, definition, meaning of the staffing. Firstly, what is the introduction of staffing? It is important to have a good organizational structure, but even it is more important to fill the jobs with the right people. It means that कि ਆਰਗੇਨਾਈਜੇਸ਼ਨ ਸਟਰਕਚਰ ਦਾ ਹੋਣਾ ਬਹੁਤ ਜ਼ਰੂਰੀ ਹੈ, ਗੁੱਡ ਸਟਰਕਚਰ ਦਾ ਹੋਣਾ ਬਹੁਤ ਜ਼ਰੂਰੀ ਹੈ, ਬਟ ਇਸ ਦੇ ਨਾਲ ਨਾਲ ਇਹ ਵੀ ਹੋਣਾ ਜ਼ਰੂਰੀ ਹੈ ਕਿ ਅਸੀਂ ਜਿਹੜੇ ਰਾਈਟ ਕਾਈਂਡ ਆਫ ਪੀਪਲ ਨੇ ਉਹਨਾਂ ਨੂੰ ਹੀ ਜੋਬਸ ਜਿਹੜੀਆਂ ਨੇ ਪ੍ਰੋਵਾਈਡ ਕਰੀਏ। ਅਗਰ ਰਾਈਟ ਕਾਈਂਡ ਆਫ ਪੀਪਲ ਜੋਬ ਦੇ ਉੱਤੇ ਹੋਣਗੇ ਦੈਨ ਆਪਾਂ ਕਹਾਂਗੇ ਕਿ ਸਾਡੇ ਜਿਹੜੇ ਆਰਗੇਨਾਈਜੇਸ਼ਨ ਗੋਲਸ ਨੇ ਇਟ ਵਿਲ ਬੀ ਫੁਲਫਿਲਡ। ਠੀਕ ਹੈ ਜੀ। ਕਹਿੰਦੇ ਜਿਹਦਾ ਆਰਗੇਨਾਈਜੇਸ਼ਨ ਦਾ ਫੰਕਸ਼ਨ ਸੀਗਾ ਮੈਨੇਜਮੈਂਟ ਦਾ, ਇਸ ਦੇ ਵਿੱਚ ਕੀ ਸੀਗਾ ਕਿ ਸਾਨੂੰ ਜਿਹੜੇ ਜੋਬਸ ਜਿਹੜੀਆਂ ਹੁੰਦੀਆਂ ਨੇ ਜਾਂ ਪੋਸਟ ਜਿਹੜੀਆਂ ਹੋਣਗੀਆਂ ਸਾਡੀਆਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ। ਠੀਕ ਹੈ, ਬਟ ਜਿਹੜੀਆਂ ਪੋਸਟ ਫਿਲ ਕੀਤੀਆਂ ਜਾਂਦੀਆਂ ਨੇ ਇਟ ਸ਼ੁੱਡ ਬੀ ਕਵਰਡ ਅੰਡਰ ਦਾ ਟੋਪਿਕ ਦੈਟ ਇਜ਼ ਸਟਾਫਿੰਗ। ਠੀਕ ਹੈ, ਮੈਂ ਅਰਲੀਅਰ ਇਹ ਜਿਹੜਾ ਸਟਾਫਿੰਗ ਚੈਪਟਰ ਸੀਗਾ, ਠੀਕ ਹੈ, ਇਹ ਕਿਸ ਦੇ ਅੰਡਰ ਸੀਗਾ? ਇਹ ਬੇਸਿਕਲੀ ਪਾਰਟ ਸੀ ਆਰਗੇਨਾਈਜੇਸ਼ਨ ਚੈਪਟਰ ਦਾ, ਬਟ ਨਾਓ ਇਟ ਹੈਜ਼ ਬੀਨ ਕਵਰਡ ਐਜ਼ ਅ ਡਿਫਰੈਂਟ ਚੈਪਟਰ ਬਿਕੋਜ਼ ਆਫ ਦਾ ਇੰਕਰੀਜ਼ਿੰਗ ਡੇ ਬਾਈ ਡੇ ਇੰਪੋਰਟੈਂਸ ਆਫ ਦਾ ਹਿਊਮਨ ਰਿਸੋਰਸਿਸ। ਠੀਕ ਹੈ, ਇਸ ਤੋਂ ਇਲਾਵਾ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਬਿਕੋਜ਼ ਆਫ ਦਾ rapid development in the technology, increased size of the organization, complex human behavior and the staffing function is gaining very importance। ठीक है, क्योंकि अपनी टेक्नोलॉजी चेंज हो रही है, साइज़ ਜਿਹੜਾ ऑर्गेनाइजेशन ਦਾ ਉਹ ਲਿਮਿਟਡ ਸਾਈਜ਼ ਨਹੀਂ ਰਿਹਾ, इंक्रीज़ हो रहा डे बाय डे। ठीक है, अपनी रिक्वायरमेंट के अकॉर्डिंगली ਆਪਾਂ ਨੂੰ ਬਿਜ਼ਨਸ ਜਿਹੜਾ इंक्रीज़ करना ਪੈਂਦਾ। ਦੈਨ ਕੰਪਲੈਕਸਿਟੀ ਆ ਰਹੀ ਹੈ, ਹਿਊਮਨ ਬਿਹੇਵੀਅਰ ਜਿਹੜਾ ਅੱਜ ਦੇ ਟਾਈਮ 'ਚ ਕੰਪਲੈਕਸ ਹੋ ਚੁੱਕਿਆ ਹੈ। ਠੀਕ ਹੈ, ਅੰਡਰਸਟੈਂਡ ਕਰਨਾ ਡਿਫਿਕਲਟ ਹੋ ਜਾਂਦਾ ਹੈ। ਦੈਨ ਸਟਾਫਿੰਗ ਫੰਕਸ਼ਨ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਸ ਗੇਨ ਕਰ ਚੁੱਕਿਆ। ਦੈਨ ਇਸ ਦੇ ਲਈ ਕੀ ਹੁੰਦਾ ਕਿ ਸੈਂਸੀਬਲ ਸਟਾਫ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਡਿਵੈਲਪਮੈਂਟ ਨੂੰ ਪੂਰਾ ਕਰਨ ਦੇ ਲਈ। ਠੀਕ ਹੈ ਜੀ, ਐਂਡ ਇਹ ਸੀਗੀ ਆਪਣੀ ਇੰਟਰੋਡਕਸ਼ਨ। ਉਸ ਤੋਂ ਬਾਅਦ ਆ ਜਾਂਦਾ ਹੈ ਵਟ ਇਜ਼ ਦਾ ਮੀਨਿੰਗ ਐਂਡ ਡੈਫੀਨੇਸ਼ਨ ਆਫ ਸਟਾਫਿੰਗ। ਮੀਨਿੰਗ ਤੇ ਡੈਫੀਨੇਸ਼ਨ 'ਚ ਕੀ ਆਏਗਾ? ਸਟਾਫਿੰਗ ਐਜ਼ ਅ ਫੰਕਸ਼ਨ ਆਫ ਮੈਨੇਜਮੈਂਟ ਰੈਫਰਸ ਟੂ ਦਾ manning of an organization structure which would otherwise remain an empty shell of job positions। ਇਹਦਾ ਮਤਲਬ ਕੀ ਹੋਇਆ ਕਿ ਸਟਾਫਿੰਗ ਇਸ ਤਰ੍ਹਾਂ ਦਾ ਫੰਕਸ਼ਨ ਹੁੰਦਾ ਹੈ ਮੈਨੇਜਮੈਂਟ ਦਾ, ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ ਜੀ, ਜੋ ਵੀ ਸਾਡੀ ਆਰਗੇਨਾਈਜੇਸ਼ਨ ਸਟਰਕਚਰ ਦੀ ਰਿਕੁਆਇਰਮੈਂਟ ਹੁੰਦੀ ਹੈ ਉਸ ਦੇ ਅਕੋਰਡਿੰਗ ਅਸੀਂ ਕੀ ਕਰਾਂਗੇ, ਜੋਬਸ ਜਿਹੜੀਆਂ ਸਾਡੀ ਰਿਕੁਆਇਰਮੈਂਟ ਹੋਏਗੀ ਉਹਨਾਂ ਨੂੰ ਅਸੀਂ ਕੀ ਕਰਾਂਗੇ, ਫੁਲਫਿਲ ਕਰਦੇ ਹਾਂ। ਠੀਕ ਹੈ, ਇਸ ਦੇ ਵਿੱਚ ਹੋਰ ਕੀ ਦੱਸਿਆ? ਇਟ ਇਜ਼ ਅ ਪ੍ਰੋਸੈਸ ਆਫ ਆਈਡੈਂਟੀਫਾਈਂਗ, ਪ੍ਰੋਕਿਊਰਿੰਗ, ਡਿਵੈਲਪਿੰਗ, ਇਵੈਲੂਏਟਿੰਗ, ਕੰਪਨਸੇਟਿੰਗ, ਮੇਨਟੇਨਿੰਗ ਇੰਡੀਵਿਜੂਅਲਸ ਐਟ ਵਰਕ। ਇਸ ਦੇ ਵਿੱਚ ਕੀ ਹੋਏਗਾ? ਕੰਪਲੀਟ ਪ੍ਰੋਸੈਸ ਹੋਏਗਾ, ਜਿਵੇਂ ਆਪਾਂ ਪਲੈਨਿੰਗ 'ਚ ਡਿਸਕਸ ਕੀਤਾ ਸੀਗਾ, ਆਰਗੇਨਾਈਜੇਸ਼ਨ ਦੇ ਵਿੱਚ ਸਟਰਕਚਰ ਦੇ ਵਿੱਚ ਡਿਸਕਸ ਕੀਤਾ, ਉਸੇ ਤਰ੍ਹਾਂ ਆਪਾਂ ਇਸ ਦੇ ਵਿੱਚ ਵੀ ਇੱਕ ਪ੍ਰੋਪਰ ਪ੍ਰੋਸੈਸ ਹੋਏਗਾ ਜਿਸ ਦੇ ਥਰੂ ਸਟਾਫਿੰਗ ਕੀਤੀ ਜਾਏਗੀ। ਸਭ ਤੋਂ ਪਹਿਲਾਂ ਆਈਡੈਂਟੀਫਾਈ ਕੀਤਾ ਜਾਂਦਾ ਹੈ ਕਿੰਨੇ ਸਾਨੂੰ ਪਰਸਨਸ ਚਾਹੀਦੇ ਨੇ, ਪ੍ਰੋਕਿਉਰਮੈਂਟ ਹੋਏਗੀ, ਉਸ ਤੋਂ ਬਾਅਦ ਦੈਨ ਡਿਵੈਲਪ ਕੀਤਾ ਜਾਏਗਾ, ਇਵੈਲੂਏਟ ਕੀਤਾ ਜਾਏਗਾ ਉਹਦੀ ਪੋਜੀਸ਼ਨਸ ਨੂੰ ਐਜ਼ ਵੈਲ ਐਜ਼ ਇਨ ਪਰਫੋਰਮੈਂਸ ਨੂੰ, ਕੰਪਨਸੇਸ਼ਨ ਪ੍ਰੋਵਾਈਡ ਕੀਤੇ ਜਾਣਗੇ, ਦੈਨ ਉਹਨਾਂ ਨੂੰ ਮੇਨਟੇਨ ਰੱਖਿਆ ਜਾਏਗਾ ਇੰਡੀਵਿਜੂਅਲਸ ਨੂੰ ਜਿਹੜੇ ਉਹਨਾਂ ਨੂੰ ਕੰਮ ਲਈ ਆਪਾਂ ਨੇ ਪ੍ਰੋਵਾਈਡ ਕੀਤਾ ਜਾਂ ਆਪਾਂ ਨੇ ਹਾਇਰ ਕੀਤਾ। ਠੀਕ ਹੈ ਜੀ। ਇਨ ਅਦਰ ਵਰਡਸ ਆਲ ਦਾ ਫੰਕਸ਼ਨਸ ਵਿਚ ਚੀਫ ਐਗਜ਼ੈਕਟਿਵ ਅੰਡਰਟੇਕਸ ਟੂ ਸਟੈਬਲਿਸ਼ ਅ ਕੋਆਰਡੀਨੇਟ ਬਿਟਵੀਨ ਦ ਪੋਸਟ ਐਂਡ ਦ ਇੰਡੀਵਿਜੂਅਲ ਕਮ ਅੰਡਰ ਦ ਸਟਾਫਿੰਗ। ਇਸ ਦੇ ਵਿੱਚ ਉਹ ਸਾਰੇ ਦੇ ਸਾਰੇ ਫੰਕਸ਼ਨਸ ਇੰਕਲੂਡ ਕਰ ਦਾਂਗੇ ਆਪਾਂ, ਜਿਹੜਾ ਇੱਕ ਚੀਫ ਐਗਜ਼ੈਕਟਿਵ ਐਜ਼ ਵੀ ਆਲ ਨੋ ਦੈਟ ਹੀ ਇਜ਼ ਦ ਹਾਇਰ ਪਰਸਨ ਐਂਡ ਹੀ ਇਜ਼ ਕਵਰਡ ਅੰਡਰ ਦਾ ਟੌਪ ਲੈਵਲ ਮੈਨੇਜਮੈਂਟ। ਜਿਹੜਾ ਚੀਫ ਐਗਜ਼ੈਕਟਿਵ ਹੋਏਗਾ, ਠੀਕ ਹੈ, ਉਹ ਕੋਈ ਵੀ ਰਿਸਪੋਂਸੀਬਿਲਿਟੀ ਅਗਰ ਹਾਇਰ ਕਰਦਾ ਲੈਂਦਾ, ਹਾਇਰ ਕਰਨ ਦੇ ਲਈ ਕੋਆਰਡੀਨੇਟ ਕਰਦਾ ਡਿਫਰੈਂਟ ਪੋਸਟ ਨੂੰ, ਐਂਡ ਜਿਹੜੇ ਇੰਡੀਵਿਜੂਅਲ ਸਾਡੇ ਇਸ ਦੇ ਅੰਡਰ ਪੋਸਟ ਦੇ ਅੰਦਰ ਆ ਜਾਂਦੇ ਨੇ, ਠੀਕ ਹੈ ਜੀ, ਉਹਨਾਂ ਨੂੰ ਆਪਾਂ ਮਤਲਬ ਰਾਈਟ ਕਾਈਂਡ ਆਫ ਪੀਪਲ ਨੂੰ ਹਾਇਰ ਕਰਨ ਦੇ ਵਿੱਚ ਸਿਲੈਕਟ ਕਰੇਗਾ ਉਹਨਾਂ ਨੂੰ, ਤਾਂ ਉਹਨੂੰ ਆਪਾਂ ਕਿਸ ਦੇ ਵਿੱਚ ਕਵਰ ਕਰਾਂਗੇ, ਸਟਾਫਿੰਗ ਦੇ ਅੰਡਰ ਕਵਰ ਕਰ ਦਾਂਗੇ। ਉਸ ਤੋਂ ਬਾਅਦ ਆ ਜਾਂਦਾ ਦ ਪਰਪਸ ਆਫ ਸਟਾਫਿੰਗ ਇਜ਼ ਟੂ ਬਿਲਡ ਅਪ ਏ ਸਾਊਂਡ ਵਰਕ ਫੋਰਸ ਟੂ ਫਿਲ ਦ ਵੇਰੀਅਸ ਪੋਜੀਸ਼ਨਸ ਇਨ ਦ ਆਰਗੇਨਾਈਜੇਸ਼ਨ। ਸਟਾਫਿੰਗ ਦਾ ਮੇਨ ਪਰਪਸ ਕੀ ਹੁੰਦਾ ਹੈ ਕਿ ਅਸੀਂ ਨੇ ਸਾਊਂਡ ਵਰਕ ਫੋਰਸ ਜਿਹੜੀ ਹੁੰਦੀ ਹੈ ਕ੍ਰੀਏਟ ਕਰਕੇ ਰੱਖਣੀ ਹੈ। ਠੀਕ ਹੈ, ਬਿਲਡ ਕਰਕੇ ਰੱਖਣੀ ਹੈ ਤਾਂ ਕਿ ਵੇਰੀਅਸ ਜਿਹੜੀ ਪੋਜੀਸ਼ਨਸ ਨੇ ਸਾਡੀਆਂ ਡਿਫਰੈਂਟ ਪੋਜੀਸ਼ਨ ਸਾਡੀਆਂ ਐਮਟੀ ਪਈਆਂ ਨੇ, ਵੇਕੈਂਟ ਪਈਆਂ, ਉਹਨੂੰ ਅਸੀਂ ਕੀ ਕਰ ਸਕੀਏ, ਫੁਲਫਿਲ ਕਰ ਸਕੀਏ। ਇਟ ਇਨਵੋਲਵਸ ਹਾਰਮੋਨੀਅਸ ਇੰਟੈਗ੍ਰੇਸ਼ਨ ਆਫ ਐਫਰਟਸ ਆਫ ਦ ਹਿਊਮਨ ਰਿਸੋਰਸਿਸ ਟੂਵਰਡ ਦ ਅਚੀਵਮੈਂਟ ਆਫ ਦ ਗੋਲਸ ਆਫ ਆਰਗੇਨਾਈਜੇਸ਼ਨ। ਇਸ ਦਾ ਮਤਲਬ ਕੀ ਹੋਇਆ ਕਿ ਡਿਫਰੈਂਟ ਜਿਹੜੇ ਹਿਊਮਨ ਰਿਸੋਰਸਿਸ ਹੋਣਗੇ ਉਹਨਾਂ ਦੇ ਇੰਟੈਗਰੇਟ ਐਫਰਟਸ ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਲਗਾ ਕੇ ਕੀ ਕਰਾਂਗੇ, ਆਪਣੇ ਡਿਫਰੈਂਟ ਜਿਹੜੇ ਗੋਲਸ ਹੋਣਗੇ ਆਰਗੇਨਾਈਜੇਸ਼ਨ ਦੇ ਉਹਨਾਂ ਨੂੰ ਅਸੀਂ ਪੂਰਾ ਕਰ ਲਾਂਗੇ। ਠੀਕ ਹੈ ਜੀ। ਇਸ ਤੋਂ ਇਲਾਵਾ ਆਪਣੇ ਡਿਫਰੈਂਟ ਥਿੰਕਰਸ ਨੇ, ਐਕਸਪਰਟਸ ਨੇ ਆਪਣੀ ਸਟਾਫਿੰਗ ਦੀ ਅਲੱਗ-ਅਲੱਗ ਡੈਫੀਨੇਸ਼ਨਸ ਦਿੱਤੀਆਂ ਨੇ। ਆਪਾਂ ਫਸਟ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ ਕਿ ਇਹਦੇ ਵਿੱਚ ਕੀ ਦਿੱਤਾ ਹੋਇਆ, ਅਕੋਰਡਿੰਗ ਟੂ ਮੈਕਫਾਰਲੈਂਡ, ਸਟਾਫਿੰਗ ਇਜ਼ ਅ ਫੰਕਸ਼ਨ ਬਾਈ ਵਿਚ ਮੈਨੇਜਰ ਬਿਲਡਸ ਐਨ ਆਰਗੇਨਾਈਜੇਸ਼ਨ
through the recruitment, selection, development of individuals as capable employees। ਇਸ ਦਾ ਮਤਲਬ ਕੀ ਹੁੰਦਾ ਜੀ, ਇੱਕ ਫੰਕਸ਼ਨ ਹੈ ਸਟਾਫਿੰਗ ਮੈਨੇਜਮੈਂਟ ਦਾ, ਜਿਹਦੇ ਵਿੱਚ ਕੀ ਹੋਏਗਾ ਕਿ ਚੀਫ ਐਗਜ਼ੈਕਟਿਵ ਹੋ ਗਏ ਚਾਹੇ ਮੈਨੇਜਰਸ ਹੋ ਗਏ, ਕੀ ਕਰਦੇ ਨੇ ਉਹ ਆਪਣੀ ਆਰਗੇਨਾਈਜੇਸ਼ਨ ਨੂੰ ਬਿਲਡ ਕਰਦੇ ਨੇ, ਠੀਕ ਹੈ, ਇੱਕ ਆਰਗੇਨਾਈਜੇਸ਼ਨ ਨੂੰ ਕੰਪਲੀਟ ਕਰਦੇ ਨੇ ਐਜ਼ ਅ ਸਟਰਕਚਰ ਦੇ ਵਿੱਚ ਕੰਪਲੀਟ ਕਰਦੇ ਨੇ, ਜਿਹਦੇ ਥਰੂ ਕਿਹਦੇ ਥਰੂ ਕਰਨਗੇ ਜੀ, ਉਹ ਰਿਕਰੂਟਮੈਂਟ ਹਾਇਰ ਕਰਨਗੇ, ਸਿਲੈਕਟ ਕਰਨਗੇ ਪਰਸਨਸ ਨੂੰ, ਕੈਪੇਬਲ ਪਰਸਨਸ ਨੂੰ, ਐਂਡ ਉਹਨਾਂ ਦੀ ਡਿਵੈਲਪਮੈਂਟ ਕਰਨਗੇ, ਉਹਨਾਂ ਨੂੰ ਟ੍ਰੇਨਿੰਗ ਦੇਣਗੇ, ਠੀਕ ਹੈ ਜੀ, ਉਹਨਾਂ ਨੂੰ ਕੰਪਨਸੇਸ਼ਨ ਪ੍ਰੋਵਾਈਡ ਕਰਨਗੇ, ਉਹਨਾਂ ਨੂੰ ਔਨ ਦੀ ਜੋਬ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਏਗੀ ਤਾਂ ਕਿ ਉਹ ਆਪਣੀ ਆਰਗੇਨਾਈਜੇਸ਼ਨ ਦੇ ਜਿਹੜੇ ਗੋਲਸ ਉਹਨਾਂ ਨੂੰ ਅਚੀਵ ਕਰ ਸਕਣ। ਦਿਸ ਇਜ਼ ਦਾ ਫਰਸਟ ਡੈਫੀਨੇਸ਼ਨ ਵਿਚ ਇਜ਼ ਗਿਵਨ ਬਾय द ਮੈਕਫਾਰਲੈਂਡ। ਨਾਓ ਨੈਕਸਟ ਟੌਪਿਕ ਕੀ ਆ ਜਾਂਦਾ ਆਪਣਾ, ਨੈਕਸਟ ਟੌਪਿਕ ਆ ਜਾਏਗਾ ਆਪਣਾ ਨੇਚਰ ਐਂਡ ਫੀਚਰਸ ਆਫ ਸਟਾਫਿੰਗ। ਨੇਚਰ ਦੇ ਫੀਚਰਸ ਦੇ ਵਿੱਚ ਕੀ ਆ ਜਾਂਦਾ, ਫਸਟ ਨੇਚਰ ਆਪਣੀ ਫੀਚਰ ਕੀ ਆਏਗੀ, staffing is a basic managerial function, ठीक है, as we all know that staffing is a function of management, it is an integral part of the management process, ठीक है जी। ये integral part means ਇਹ ਆਪਣੀ ਮੈਨੇਜਮੈਂਟ ਦਾ ਇੱਕ ਪ੍ਰੋਸੈਸ ਦਾ ਪਾਰਟ ਹੈ, ਠੀਕ ਹੈ, ਜਿਹੜਾ ਸਾਨੂੰ ਆਪਣੇ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਕੰਪਲੀਟ ਕਰਨਾ ਪੈਂਦਾ ਹੈ। ਅਗਰ ਸਟਾਫਿੰਗ ਨਹੀਂ ਹੋਏਗੀ, ਅਗਰ ਆਪਾਂ ਕਹਾਂਗੇ ਕਿ ਹਿਊਮਨ ਰਿਸੋਰਸਿਸ ਨੂੰ ਜਾਂ ਲੇਬਰਰਸ ਨੂੰ, ਇੰਪਲੋਈਜ਼ ਨੂੰ ਆਪਾਂ ਨੇ ਹਾਇਰ ਨਹੀਂ ਕੀਤਾ, ਦੈਨ ਅਸੀਂ ਆਰਗੇਨਾਈਜੇਸ਼ਨ ਨਹੀਂ ਚਲਾ ਸਕਦੇ, ਠੀਕ ਹੈ ਜੀ। ਨੈਕਸਟ ਆ ਜਾਂਦਾ ਇਟ ਇਜ਼ ਰਿਲੇਟਡ ਵਿਦ ਦ ਹਿਊਮਨ ਰਿਸੋਰਸਿਸ ਆਫ ਦ ਐਂਟਰਪ੍ਰਾਈਜ਼। ਇਹ ਬੇਸਿਕਲੀ ਕਿਹਦੇ ਨਾਲ ਰਿਲੇਟ ਕਰਦਾ ਹੈ, ਹਿਊਮਨ ਰਿਸੋਰਸਿਸ ਮੀਨਸ ਪਰਸਨਸ ਦੇ ਨਾਲ, ਇੰਡੀਵਿਜੂਅਲਸ ਦੇ ਨਾਲ, ਇੰਪਲੋਈਜ਼ ਦੇ ਨਾਲ ਡੀਲ ਕਰੇਗਾ। ਇਹ ਪ੍ਰੀਵੈਸਿਵ ਫੰਕਸ਼ਨ ਹੈ, ਪ੍ਰੀਵੈਸਿਵ ਮਤਲਬ ਇੰਪੋਰਟੈਂਟ ਫੰਕਸ਼ਨ ਹੈ, ਠੀਕ ਹੈ, ਮੈਨੇਜਮੈਂਟ ਦਾ। ਇਸ ਤੋਂ ਬਿਨਾਂ ਆਪਾਂ ਕਹਾਂਗੇ ਮੈਨੇਜਮੈਂਟ ਨਹੀਂ ਹੋ ਸਕਦੀ ਜਾਂ ਆਰਗੇਨਾਈਜੇਸ਼ਨ ਆਪਾਂ ਨਹੀਂ ਚਲਾ ਸਕਦੇ, ਬਿਜ਼ਨਸ ਨਹੀਂ ਚਲਾ ਸਕਦੇ। ਇਟ ਇਜ਼ ਅ ਡਿਫਿਕਲਟ ਐਂਡ ਟੈਕਟਫੁਲ ਫੰਕਸ਼ਨ ਡਿਸਟਿੰਕਟ ਫਰੋਮ ਦਾ ਫਿਜ਼ੀਕਲ ਫੈਕਟਰਸ। ਕਹਿੰਦੇ ਜੀ ਇਹ ਕਾਫੀ ਜ਼ਿਆਦਾ ਡਿਫਿਕਲਟ ਫੰਕਸ਼ਨ ਹੁੰਦਾ। ਇਹ ਟੈਕਟਫੁਲ ਮੀਨਸ ਇਹਨੂੰ ਮਤਲਬ ਟੈਕਟ ਵੇ ਦੇ ਨਾਲ ਹੈਂਡਲ ਕਰਨਾ ਪੈਂਦਾ, ਠੀਕ ਹੈ। ਜਾਂ ਆਪਾਂ ਕਹਾਂਗੇ ਜਿਹੜੇ ਫਿਜ਼ੀਕਲ ਫੈਕਟਰਸ ਦੇ ਨਾਲੋਂ ਇਹ ਡਿਫਰੈਂਟ। ਫਿਜ਼ੀਕਲ ਫੈਕਟਰਸ ਦਾ ਮਤਲਬ ਕੀ ਹੋਏਗਾ ਕਿ ਜਿਵੇਂ ਆਪਣਾ ਰॉ ਮਟੀਰੀਅਲ ਹੋ ਗਿਆ, ਉਹਨਾਂ ਨੂੰ ਹੈਂਡਲ ਕਰਨਾ ਈਜ਼ੀ ਹੋ ਜਾਂਦਾ, ਐਜ਼ ਵੀ ਆਲ ਨੋ ਦੈਟ ਉਹਨਾਂ ਨੂੰ ਇੱਕ ਪ੍ਰੋਪਰ ਸਟੋਰ ਹਾਊਸ ਦੇ ਵਿੱਚ ਹੋਲਡ ਕਰਕੇ ਰੱਖਣਾ, ਇਹ ਡਿਫਰੈਂਟ ਥਿੰਗ ਹੋ ਗਈ, ਠੀਕ ਹੈ। ਬਟ ਸਟਾਫਿੰਗ ਦੇ ਵਿੱਚ ਕੀ ਹੁੰਦਾ ਕਿ ਇਹ ਹਿਊਮਨ ਬੀਇੰਗਸ ਦੇ ਨਾਲ ਡੀਲ ਕਰਦਾ, ਸੋ ਆਪਾਂ ਕਹਾਂਗੇ ਕਿ ਡਿਫਿਕਲਟ ਫੰਕਸ਼ਨ ਹੋਏਗਾ। ਨੈਕਸਟ ਆ ਜਾਂਦਾ ਇਟ ਇਜ਼ ਕੰਸਰਨ ਵਿਦ ਦ ਆਪਟੀਮਮ ਯੂਟੀਲਾਈਜੇਸ਼ਨ ਆਫ ਦ ਰਿਸੋਰਸਿਸ that is related to the human being। ਉਹਨਾਂ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰਨਾ ਇਹ ਵੀ ਕੰਸਰਨ ਕਰਦਾ ਹੈ, ਠੀਕ ਹੈ, ਇਹ ਵੀ ਨੇਚਰ ਦੇ ਫੀਚਰ ਦਾ ਪਾਰਟ ਆ ਜਾਏਗਾ। ਉਸ ਤੋਂ ਬਾਅਦ ਆ ਜਾਏਗਾ ਜੀ ਇਟ ਇਜ਼ ਕੰਟੀਨਿਊਸ ਐਂਡ ਨੈਵਰ ਐਂਡਿੰਗ ਪ੍ਰੋਸੈਸ ਆਫ ਦਾ ਫੰਕਸ਼ਨ ਆਫ ਦਾ ਮੈਨੇਜਮੈਂਟ। ਜਿਵੇਂ ਆਪਾਂ ਪਲੈਨਿੰਗ ਦੇ ਵਿੱਚ ਡਿਸਕਸ ਕੀਤਾ ਸੀ, ਆਰਗੇਨਾਈਜੇਸ਼ਨ ਦੇ ਵਿੱਚ ਵੀ ਡਿਸਕਸ ਕੀਤਾ। ਇੱਕ ਕੰਟੀਨਿਊਸ ਪ੍ਰੋਸੈਸ ਹੋ ਗਿਆ ਅਤੇ ਨੈਵਰ ਐਂਡਿੰਗ ਪ੍ਰੋਸੈਸ ਹੋ ਗਿਆ। ਇਹ ਆਪਾਂ ਨੂੰ ਜੋਬ ਸੈਟਿਸਫੈਕਸ਼ਨ ਪ੍ਰੋਵਾਈਡ ਕਰਦਾ ਹੈ, ਠੀਕ ਹੈ। ਜੋਬ ਸੈਟਿਸਫੈਕਸ਼ਨ ਕਿਸ ਨੂੰ ਪ੍ਰੋਵਾਈਡ ਕਰੇਗਾ, ਜਿਹੜੇ ਇੰਡੀਵਿਜੂਅਲ ਸਾਡੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਨੇ। ਉਸ ਤੋਂ ਬਾਅਦ ਆ ਜਾਏਗਾ ਇਟ ਏਮਸ ਟੂ ਪ੍ਰੋਵਾਈਡ ਦਾ ਪਰਸਨਲ ਐਜ਼ ਵੈਲ ਐਜ਼ ਸੋਸ਼ਲ ਸੈਟਿਸਫੈਕਸ਼ਨ ਟੂ ਇੰਪਲੋਈਜ਼ ਆਲਸੋ, ਠੀਕ ਹੈ। ਜਿਹੜੇ ਆਪਣੇ ਇੰਪਲੋਈਜ਼ ਹੋਣਗੇ ਉਹਨਾਂ ਨੂੰ ਇੱਕ ਪਰਸਨਲ ਸੈਟਿਸਫੈਕਸ਼ਨ ਵੀ ਪ੍ਰੋਵਾਈਡ ਕਰੇਗਾ, ਉਹ ਪਰਸਨਲੀ ਕਿੰਨਾ ਕੁ ਜੋਬ ਤੋਂ ਸੈਟਿਸਫਾਈ ਨੇ, ਐਂਡ ਸੋਸ਼ਲੀ ਉਹ ਕਿੰਨੇ ਕੁ ਸੈਟਿਸਫਾਈ ਨੇ, ਉਹ ਵੀ ਸਾਨੂੰ ਆਪਣੀ ਸਟਾਫਿੰਗ ਪਾਰਟ ਤੋਂ ਹੀ ਪਤਾ ਲੱਗਦਾ, ਠੀਕ ਹੈ ਜੀ। ਇਟ ਇਜ਼ ਅ ਡਾਇਨਾਮਿਕ ਇਨ ਨੇਚਰ, ਮੈਥੋਡੋਲੋਜੀ ਚੇਂਜਸ ਵਿਦ ਅ ਚੇਂਜਿੰਗ ਬਿਜ਼ਨਸ ਇਨਵਾਇਰਮੈਂਟ। ਇਸ ਦਾ ਮਤਲਬ ਕੀ ਹੋਏਗਾ, ਇਸ ਦੇ ਵਿੱਚ ਫਲੈਕਸੀਬਿਲਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂ ਹੋਣਾ ਚਾਹੀਦਾ, ਕਿਉਂਕਿ ਆਪਣੀ ਜਿਹੜੀ ਮੈਥੋਡੋਲੋਜੀ ਹੋਏਗੀ ਸਟਾਫਿੰਗ ਦੀ, ਜਾਂ ਆਪਾਂ ਕਹਾਂਗੇ ਕਿ ਜਿਹੜੇ ਮੈਥਡਸ ਹੁੰਦੇ ਨੇ ਸਟਾਫ ਹਾਇਰ ਕਰਨ ਦੇ, ਰਿਕਰੂਟ ਕਰਨ ਦੇ, ਸਿਲੈਕਟ ਕਰਨ ਦੇ, ਇਟ ਇਜ਼ ਗੋਇੰਗ ਟੂ ਬੀ ਚੇਂਜ ਅਕੋਰਡਿੰਗ ਟੂ ਦ ਚੇਂਜਿੰਗ ਬਿਜ਼ਨਸ ਇਨਵਾਇਰਮੈਂਟ। ਨੈਕਸਟ ਆ ਜਾਂਦਾ ਹੈ ਕਿ ਪਰਫੋਰਮੈਂਸ ਆਫ ਦ ਸਟਾਫਿੰਗ ਇਜ਼ ਅਫੈਕਟਡ ਬਾਈ ਦ ਇੰਟਰਨਲ ਐਜ਼ ਵੈਲ ਐਜ਼ ਐਕਸਟਰਨਲ ਫੈਕਟਰਸ, environmental factors of the enterprise. As you have discussed in the business environment chapter, what are the various internal as well as external environment factors? I would also like to define some internal as well as external environmental factors. Like internal factors means the management decisions, ठीक है जी, and external factors also known as the competition as well as the government policies. These are the examples of the internal and the external environmental factors. So ਇਹ ਜਿਹੜੇ factors ਹੋਣਗੇ it is also going to affect the performance of the staffing, ਠੀਕ ਹੈ। ਸੋ ਇਹ ਸੀਗੇ ਆਪਣੇ nature ਦੇ features of the staffing, ਠੀਕ ਹੈ। ਨੈਕਸਟ ਆ ਜਾਂਦਾ ਜੀ what is the need and importance of the staffing। need and importance ਮਤਲਬ ਆਪਣੀ staffing ਜਿਹੜੀ ਹੈ ਆਪਾਂ ਨੂੰ ਕਿੰਨੀ ਕੁ ਮਤਲਬ ਉਹਨਾਂ ਦੀ ਇੰਪੋਰਟੈਂਟ ਪੁਆਇੰਟਸ ਜਿਹੜੇ ਨੇ ਸਾਨੂੰ ਕੰਸੀਡਰ ਕਰਨੇ ਪੈਣਗੇ, ਅਤੇ ਸਾਡੇ ਲਈ ਇੰਪੋਰਟੈਂਸ ਕਿੰਨੀ ਕੁ ਹੋਏਗੀ ਮੈਨੇਜਮੈਂਟ ਦੇ ਵਿੱਚ ਜਿਹੜੀ ਸਟਾਫਿੰਗ ਕੀਤੀ ਜਾਂਦੀ ਹੈ, ਜਿਹੜੇ ਅਸੀਂ ਸਿਲੈਕਟ ਕਰਦੇ ਹਾਂ ਇੰਡੀਵਿਜੂਅਲਸ ਨੂੰ, ਉਹਨਾਂ ਦੀ ਸਟਾਫਿੰਗ ਦੀ ਇੰਪੋਰਟੈਂਸ ਕੀ ਹੋਏਗੀ। ਫਸਟ ਆ ਜਾਂਦਾ ਇਫੈਕਟਿਵ ਯੂਟੀਲਾਈਜੇਸ਼ਨ ਆਫ ਦ ਰਿਸੋਰਸਿਸ। ਇਸ ਦੇ ਵਿੱਚ ਕੀ ਆਏਗਾ ਕਿ ਦ ਸਕਸੈਸ ਆਫ ਐਵਰੀ ਐਂਟਰਪ੍ਰਾਈਜ਼ ਇਜ਼ ਡਿਪੈਂਡੈਂਟ ਅਪੋਨ ਦ ਯੂਟੀਲਾਈਜੇਸ਼ਨ ਆਫ ਮੈਨੀ factors like capital, material, machines, but human resources are the chief contributory factors. All the other factors are meaningless if human resources are not optimally utilized. Thus, staffing makes possible the use of other resources efficiently and effectively.
ਸੋ ਆਪਾਂ ਫਸਟ ਪੁਆਇੰਟ ਦੇ ਵਿੱਚ ਇਹ ਡਿਸਕਸ ਕਰਾਂਗੇ ਕਿ ਸਾਨੂੰ ਸਟਾਫਿੰਗ ਦੇ ਥਰੂ ਕੀ ਪਤਾ ਲੱਗਦਾ, ਠੀਕ ਹੈ। ਅਸੀਂ ਆਪਣੇ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰਨਾ ਸਿੱਖ ਜਾਂਦੇ ਹਾਂ। ਕਿੱਦਾਂ ਸਿੱਖ ਜਾਂਦੇ ਹਾਂ ਕਿ ਸਾਡੇ ਕੋਲ ਨੰਬਰ ਆਫ ਰਿਸੋਰਸਿਸ ਹੁੰਦੇ ਨੇ, ਠੀਕ ਹੈ, ਬਟ ਅਸੀਂ ਉਹਨਾਂ ਨੂੰ ਇਫੈਕਟਿਵਲੀ ਯੂਟੀਲਾਈਜ਼ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਾਡੇ ਕੋਲ ਹਿਊਮਨ ਬੀਇੰਗਸ ਹੋਣਗੇ, ਠੀਕ ਹੈ। ਅਸੀਂ ਪ੍ਰੋਪਰ ਉਹਨਾਂ ਨੂੰ ਹਾਇਰ ਕੀਤਾ ਹੋਊਗਾ, ਉਹਨਾਂ ਨੂੰ ਪ੍ਰੋਪਰ ਜੋਬਸ ਜਿਹੜੀਆਂ ਹੋਣਗੀਆਂ ਡਿਫਾਈਨ ਕੀਤੀਆਂ ਹੋਣਗੀਆਂ, ਰਿਸਪੌਂਸਿਬਿਲਿਟੀਜ਼ ਫਿਕਸ ਕੀਤੀਆਂ ਹੋਣਗੀਆਂ, ਅਥਾਰਟੀਜ਼ ਡੈਲੀਗੇਟ ਕੀਤੀਆਂ ਹੋਣਗੀਆਂ, ਰਿਸਪੌਂਸਿਬਿਲਿਟੀਜ਼ ਫਿਕਸ ਕੀਤੀਆਂ ਹੋਣਗੀਆਂ, ਠੀਕ ਹੈ ਜੀ। ਐਜ਼ ਵੀ ਆਲ ਨੋ ਦੈਟ ਦੇਰ ਆਰ ਸੋ ਮੈਨੀ ਫੈਕਟਰਸ ਵਿਚ ਆਰ ਰਿਕੁਆਇਰਡ। ਫਸਟ ਇਜ਼ ਕੈਪੀਟਲ, ਮਟੀਰੀਅਲ, ਮਸ਼ੀਨ, ਬਟ ਦ ਹਿਊਮਨ ਬੀਇੰਗ that is also known as the human resources, ਇਹ ਆਪਣੇ ਕੀ ਹੋਣਗੇ ਜੀ, ਚੀਫ ਕੰਟਰੀਬਿਊਟਿਵ ਫੈਕਟਰਸ ਹੁੰਦੇ ਨੇ, ਜਿਨ੍ਹਾਂ ਤੋਂ ਬਿਨਾਂ ਅਸੀਂ ਕਹਾਂਗੇ ਕਿ ਅਸੀਂ ਬਿਜ਼ਨਸ ਨਹੀਂ ਚਲਾ ਸਕਦੇ, ਠੀਕ ਹੈ। ਸੋ ਫਸਟ ਇਹੀ ਆ ਜਾਂਦਾ ਹੈ ਕਿ ਇੰਪੋਰਟੈਂਸ ਕੀ ਹੁੰਦੀ ਹੈ, ਸਾਡੀ ਇਫੈਕਟਿਵ ਯੂਟੀਲਾਈਜੇਸ਼ਨ ਹੁੰਦੀ ਹੈ ਆਪਣੇ ਕਿਹਨਾਂ ਦੀ, ਰਿਸੋਰਸਿਸ ਦੀ ਇਫੈਕਟਿਵ ਯੂਟੀਲਾਈਜੇਸ਼ਨ ਹੋ ਜਾਏਗੀ। ਨੈਕਸਟ ਆ ਜਾਂਦਾ ਹੈ ਕੀ ਟੂ ਅਦਰ ਮੈਨੇਜਰੀਅਲ ਫੰਕਸ਼ਨ। ਇਸ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀ ਆਪਣੀ ਮੈਨੇਜਮੈਂਟ ਦੇ ਅਦਰ ਫੰਕਸ਼ਨਸ ਹੋਣਗੇ, ਠੀਕ ਹੈ, ਉਹਨਾਂ ਦੀ ਜਿਹੜੀ ਇਫੈਕਟਿਵਨੈਸ ਹੁੰਦੀ ਹੈ ਉਹ ਕਿਸ 'ਤੇ ਡਿਪੈਂਡ ਕਰੇਗੀ, ਆਪਣੀ ਸਟਾਫਿੰਗ 'ਤੇ ਡਿਪੈਂਡ ਕਰੇਗੀ। ਕਿੰਨੀ ਕੁ ਤੁਸੀਂ ਐਫੀਸ਼ੀਐਂਟ ਪਰਸਨਸ ਜਿਹੜੇ ਨੇ ਤੁਸੀਂ ਉਹਨਾਂ ਨੂੰ ਹਾਇਰ ਕੀਤਾ, ਠੀਕ ਹੈ। ਅਗਰ ਤੁਸੀਂ ਐਫੀਸ਼ੀਐਂਟ ਪਰਸਨਸ ਨੂੰ ਹਾਇਰ ਕਰੋਗੇ, ਉਹਨਾਂ ਨੂੰ ਇਫੈਕਟਿਵਲੀ ਜੋਬ ਡਿਸਟਰੀਬਿਊਟ ਕਰੋਗੇ, ਦੈਨ ਇਹਦਾ ਮਤਲਬ ਕੀ ਹੋਏਗਾ ਕਿ ਤੁਹਾਡੀ ਮੈਨੇਜਮੈਂਟ ਪ੍ਰੋਪਰਲੀ ਵਰਕ ਕਰ ਰਹੀ ਹੈ, ਠੀਕ ਹੈ। ਇਟ ਇਜ਼ ਟਰੂ ਦੈਟ ਐਨ ਐਂਟਰਪ੍ਰਾਈਜ਼ ਵਿਚ ਇੰਪਲੋਇਜ਼ ਰਾਈਟ ਮੈਨ ਐਟ ਰਾਈਟ ਜੋਬ ਵਿਲ ਬੀ ਅ ਮੋਰ ਡਾਇਨਾਮਿਕ ਇਨ ਦ ਕੰਪਲੈਕਸ ਐਜ਼ ਵੈਲ ਐਜ਼ ਦ ਐਵਰ ਚੇਂਜਿੰਗ ਐਕਸਟਰਨਲ ਇਨਵਾਇਰਮੈਂਟ, ਠੀਕ ਹੈ। ਇਹਦਾ ਮਤਲਬ ਕੀ ਹੋਇਆ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਇਸਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਅਗਰ ਰਾਈਟ ਪੀਪਲ ਨੂੰ ਹਾਇਰ ਕਰਦੇ ਹੋ ਰਾਈਟ ਕਾਈਂਡ ਦੀ ਜੋਬ ਦੇ ਉੱਤੇ, ਤਾਂ ਇਸ ਦਾ ਮਤਲਬ ਕੀ ਹੋਏਗਾ ਕਿ ਤੁਸੀਂ ਕੰਪਲੈਕਸ ਸਿਚੁਏਸ਼ਨਸ ਜਿਹੜੀਆਂ ਇਹਨਾਂ ਨੂੰ ਹੈਂਡਲ ਕਰ ਚੁੱਕੇ, ਠੀਕ ਹੈ ਜੀ। ਸੋ ਥਰਡ ਪੁਆਇੰਟ ਵਿਲ ਬੀ ਡਿਸਕਸ ਇਨ ਦ ਨੈਕਸਟ ਵੀਡੀਓ।